अस्सलाम वालेकुम नाज़रीन न्यूज़ रिकॉर्डर ਦੇ ਨਾਲ ਮੈਂ ਹਾਂ ਤੁਹਾਡਾ ਹੋਸਟ ਨਿਸਾਰ ਇਕਬਾਲ ਤੇ ਤੁਸੀਂ ਵੇਖ ਰਹੇ ਹੋ ਸਾਡਾ ਇਹ ਅੱਜ ਦਾ ਪ੍ਰੋਗਰਾਮ। ਸਾਡਾ ਅੱਜ ਦਾ ਇਹ ਪ੍ਰੋਗਰਾਮ ਇੱਕ ਲੈਲਪੁਰੀ ਬਾਬਾ ਜੀ ਨੇ, ਬਾਬਾ ਜੀ ਫੈਸਲਾਬਾਦ ਤੇ ਤੁਸੀਂ ਬੜਾ ਸੁਣਿਆ ਹੋਏਗਾ, ਪਰ ਅੱਜ ਅਸੀਂ ਤੁਹਾਨੂੰ ਬਾਬਾ ਲੈਲਪੁਰੀਆ ਵਹਾਨੇ ਆ। ਮੀਆਂ ਮੁਹੰਮਦ ਅਲੀ ਇਹਨਾਂ ਦਾ ਨਾਂ ਹੈ ਔਰ ਇਹ ਫੈਸਲਾਬਾਦ ਦੀ ਤਾਰੀਖ ਦੇ ਹਵਾਲੇ ਨਾਲ ਤੇ ਫੈਸਲਾਬਾਦ ਦੇ ਹਾਲਾਤੋਂ ਵਾਕਿਆ ਦੇ ਹਵਾਲੇ ਨਾਲ ਬੜੀ ਨਜ਼ਰ ਰੱਖਦੇ ਨੇ। ਮਾਸ਼ਾਅੱਲਾ ਬਹੁਤ ਇਲਮ ਹੈ ਇਹਨਾਂ ਦੇ ਕੋਲ ਤੇ ਅਸੀਂ ਇਸ ਵਕਤ ਉਹਨਾਂ ਦੇ ਕੋਲ ਬੈਠੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਜਨਾਬ ਇਹਨਾਂ ਨਾਲ ਮੁਲਾਕਾਤ ਕਰਵਾਈਏ ਔਰ ਇਹਨਾਂ ਕੋਲ ਇੱਕ ਖਸੂਸੀ ਗੱਲ ਵੀ ਹੈਗੀ ਹੈ, ਉਹ ਜ਼ਰਾ ਅਸੀਂ ਸਰਪ੍ਰਾਈਜ਼ ਰੱਖਾਂਗੇ ਤੇ ਉਹ ਤੁਹਾਨੂੰ ਅਸੀਂ ਬਾਅਦ ਵਿੱਚ ਸੁਣਾਉਂਦੇ ਹਾਂ। ਪਹਿਲਾਂ ਇਹਨਾਂ ਨਾਲ ਮੁਲਾਕਾਤ ਕਰਦੇ ਹਾਂ, ਆਓ ਸਾਡੇ ਨਾਲ। अस्सलाम वालेकुम ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਮੀਆਂ ਮੁਹੰਮਦ ਅਲੀ। ਬਾਬਾ ਜੀ ਤੁਸੀਂ ਲੈਲਪੁਰ ਦੀ ਤਾਰੀਖ ਦੇ ਹਵਾਲੇ ਨਾਲ ਸਾਡੇ ਨਾਜ਼ਰੀਨ ਨੂੰ ਕੁਝ ਦੱਸਣਾ ਚਾਹੋਗੇ? ਆਪਣੇ ਇੱਥੋਂ ਦੀ ਪੈਦਾਇਸ਼ ਹੈ ਮੇਰੀ ਜੀ ਜੀ ਔਰ ਇੱਥੋਂ ਦੀ ਰਿਹਾਇਸ਼ ਹੈ ਹੁਣ ਤੱਕ। ਜੀ ਜੀ ਔਰ ਜਿਹੜਾ ਲੈਲਪੁਰ ਆਪਣਾ ਬਣਿਆ ਜੀ ਇਹਦੀ ਹਿਸਟਰੀ ਆਪਣਾ ਅੰਗਰੇਜ਼ ਦੌਰ ਦੀ ਹੈ। ਜੀ ਜੀ ਸਾਡੀ ਜਿਹੜੀ ਫੈਮਿਲੀ ਸੀ ਇਹ ਮੁਨਸ਼ੀ ਫਤਿਹਦੀਨ ਜੀ ਉਹ ਆਪਣਾ ਅੰਗਰੇਜ਼ ਨਾਲ ਆਪਣਾ ਨਾ ਵਬਸਤਾ ਸੀ, ਜੈਨ ਸੀ ਯਾਨੀ ਕਿ ਜੀ 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 ਹਾਂਜੀ। ਉਹਨਾਂ ਨੇ ਇਹ ਮਿਲ ਕੇ ਤੇ ਇਹ ਲੈਲਪੁਰ ਦੇ ਆਬਾਦਕਾਰੀ ਦਾ ਕੰਮ ਕੀਤਾ, ਲੈਲਪੁਰ ਆਬਾਦ ਕੀਤਾ, ਅੱਛਾ ਬਣਾਇਆ। ਇਸ ਤਰ੍ਹਾਂ ਮਸੂਬ ਦੇ ਵਾਲਿਦ ਸੈਕੰਡ ਮੁਨਸ਼ੀ ਫਤਿਹਦੀਨ ਸੀ ਦੋ ਨੰਬਰ ਦੋ। ਅੱਛਾ ਉਹਨਾਂ ਨੇ ਅਬਦੁੱਲਾਪੁਰ ਦੀ ਆਬਾਦਕਾਰੀ ਦਾ ਕੰਮ ਉਹਨਾਂ ਦੇ ਹੱਥ ਦਾ ਹੋਇਆ ਹੈ ਪਹਿਲਾ ਕੰਮ ਉਹਨਾਂ ਨੇ। ਹਾਂ, ਸਾਰੇ ਅਬਦੁੱਲਾਪੁਰ ਦਾ ਆਬਾਦਕਾਰੀ ਦਾ ਕੰਮ ਉਹਨਾਂ ਨੇ ਕੀਤਾ। ਉਹ ਇਸ ਫੈਮਿਲੀ ਨਾਲ ਜੈਨ ਸੀ, ਉਹ ਅੰਗਰੇਜ਼ ਫੈਮਿਲੀ ਨਾਲ ਜੈਨ ਸੀ, ਅੱਗੋਂ ਇਹ ਇਸ ਫੈਮਿਲੀ ਨਾਲ ਜੈਨ ਸੀ। ਜੀ ਜੀ ਔਰ ਉਹਨਾਂ ਦਾ ਬੜਾ ਬੇਟਾ ਹੈ। ਅੱਛਾ, ਤੇ ਇਹ ਹੈ ਕਿ ਇੱਥੇ ਆਪਣਾ ਇੱਥੇ ਤਾਰੀਖ ਇਹਦੀ ਬਹੁਤ ਪੁਰਾਣੀ ਹੈ। ਜੀ ਗੋ ਅਜੀ ਉਮਰ ਨਹੀਂ ਇੰਨੀ ਪੁਰਾਣੀ। ਅੱਛਾ ਤਾਰੀਖ ਪੁਰਾਣੀ ਹੈ ਲੈਲਪੁਰ ਦੀ, ਲੇਕਿਨ ਉਮਰ ਇੰਨੀ ਪੁਰਾਣੀ ਨਹੀਂ ਹੈ। ਅੱਛਾ ਔਰ ਦੂਸਰਾ ਇਹ ਹੈ ਕਿ ਇਹ ਆਪਣਾ ਇੱਥੇ ਚੰਦ ਇੱਕ ਪੁਰਾਣੀਆਂ ਚੀਜ਼ਾਂ ਹੈ। ਅੱਛਾ ਮਿਸਾਲ ਤੌਰ 'ਤੇ ਘੰਟਾ ਘਰ ਹੈ, ਕਲਾਕ ਟਾਵਰ ਹੈ, ਠੰਡੀ ਖੂਹੀ ਹੈ, ਜੀ ਜੀ ਗੰਗਾਪੁਰ ਪਿੰਡ ਹੈ, ਸਰ ਗੰਗਾ ਰਾਮ ਨੇ ਬਣਾਇਆ ਸੀ। ਔਰ ਇੱਥੇ ਹੀ ਆਪਣਾ ਆ ਕੇ ਜਿਹੜੇ 20 ਸੱਚੇ ਆਸ਼ਿਕ ਹੋਏ ਆ, ਆਖਰੀ ਆਸ਼ਿਕ ਜਿਹੜਾ ਨਾ ਹੋਇਆ ਆਪਣਾ ਮਿਰਜ਼ਾ ਤੇ ਸਾਹਿਬਾਂ, ਜੀ ਜੀ ਉਹ ਆਪਣਾ ਕਾਨੀਆਂ ਵਾਲੇ ਬੰਗਲੇ ਉੱਥੇ ਹੈ। ਜੰਡ ਦਰਖਤ ਆ ਅੱਜ ਵੀ ਮੌਜੂਦ ਹੈ। ਅੱਛਾ ਤੇ ਕਬਰਾਂ ਇਹਨਾਂ ਦੀਆਂ ਹੈਗੀਆਂ, ਇਹਨਾਂ ਦੀ ਜਿਹੜੀ ਕਬਰਾਂ ਨੇ 3-4 ਮਿਰਜ਼ਾ ਦੀ ਤੇ ਬਾਕੀ ਸਾਹਿਬਾਂ ਦੀਆਂ ਤੇ ਵਗੈਰਾ ਵਗੈਰਾ। ਇਹ ਆਪਣਾ ਦਰਿਆ ਰਾਵੀ ਦੀ ਮੰਨਤੇ। ਅੱਛਾ ਦਰਿਆ ਰਾਵੀ ਦੀ ਮੰਨਤੇ। ਦਾਨਾਬਾਦ ਉਹਦਾ ਨਾਮ। ਹਾਂ ਦਾਨਾਬਾਦ ਹੈ। ਦਾਨਾਬਾਦ 'ਚ ਆਪਣਾ ਵਾਕਿਆ। ਉਹ ਦਾਨਾਬਾਦ ਵੀ ਲੈਲਪੁਰ ਵਿੱਚ ਹੈ। ਹਾਂ ਆਈ ਸਮਝੀ ਗੱਲ। ਜੀ ਜੀ ਠੀਕ। ਹਾਂ, ਤੇ ਇਹ ਗੰਗਾਪੁਰ ਵੀ ਆਪਣਾ ਸਈਦ ਵਾਲੇ ਤੋਂ ਅੱਗੇ ਹੈ। ਜੀ ਜੀ ਤੇ ਇਹ ਆਪਣਾ ਲੈਲਪੁਰ ਵਿੱਚ ਹੀ ਹੈ, ਸਈਦ ਵਾਲੇ ਤੋਂ। ਹਾਂ ਜੀ ਜੀ ਬਾਕੀ ਇਹ ਹੈ ਕਿ ਇੱਥੋਂ ਦੇ ਆਪਣਾ ਮਸੂਬ ਤੇ ਇੱਕ ਤਾਇਆ ਸੀ ਤੇ ਉਹਨਾਂ ਨੇ ਆਪਣਾ ਉਹ ਇੱਥੇ ਰਹੇ ਸਨ 60-61 ਤੱਕ। ਪ੍ਰਿੰਸੀਪਲ ਜਿਹੜਾ ਐਗਰੀਕਲਚਰ ਕਾਲਜ ਦੇ ਆਖਰੀ ਪ੍ਰਿੰਸੀਪਲ ਉਹ ਹੋਏ। ਕੀ ਨਾਮ ਸੀ ਉਹਨਾਂ ਦਾ? ਡਾਕਟਰ ਅਬਦੁਸਤਾਰ। ਡਾਕਟਰ ਅਬਦੁਸਤਾਰ। ਅੱਛਾ ਅੱਛਾ, ਉਹ ਪ੍ਰਿੰਸੀਪਲ ਹੋਏ। ਉਸ ਤੋਂ ਬਾਅਦ ਇਹ ਯੂਨੀਵਰਸਿਟੀ ਬਣ ਗਈ ਹੈ ਤੇ ਫਿਰ ਉਹਨਾਂ ਤੋਂ ਬਾਅਦ ਲਾਹੌਰ ਹੋ ਗਿਆ ਸੀ, ਲਾਹੌਰ ਚਲੇ ਗਏ। ਉਹ ਲਾਹੌਰ ਚਲੇ ਗਏ ਸੀ। ਠੀਕ ਹੈ। ਤੇ ਇਹ ਹੈ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਸਾਰੇ ਜਹਾਨ ਨੂੰ ਪਤਾ ਕਿ ਏਸ਼ੀਆ ਦੀ ਯੂਨੀਵਰਸਿਟੀ ਹੈ ਜਿਹੜਾ ਯੂਨੀਵਰਸਿਟੀ। ਹਾਂ, ਇਹ ਬਹੁਤ ਯਾਨੀ ਕਿ ਏਸ਼ੀਆ ਦੀ ਪੁਰਾਣੀ ਯੂਨੀਵਰਸਿਟੀ ਹੈ। ਬਾਕੀ ਇਹ ਹੈ ਕਿ ਬਾਕੀ ਵੀ ਇੱਥੋਂ ਦੇ ਆਪਣਾ ਇਹ ਜ਼ਰਾਈ ਇਲਾਕਾ ਸੀ। ਪਹਿਲੇ ਅੰਗਰੇਜ਼ਾਂ ਦੇ ਜ਼ਮਾਨੇ 'ਚ ਬੇਬਾਰ ਸੀ, ਬੇਆਬਾਦ ਸੀ। ਇਹ ਫਿਰ ਆਬਾਦਕਾਰੀ ਦਾ ਕੰਮ ਇਹ ਫੈਮਿਲੀ ਆਈ। ਹੋਰ ਇੱਥੇ ਜਾਂਗਲੀਆਂ ਦੇ ਪਿੰਡ ਸੀ ਆਪਣਾ, ਮਿਸਾਲ ਤੌਰ 'ਤੇ ਟੁੱਟੀ ਵਾਲਾ, ਪੁਰਾਣਾ ਨਵਾਂ, ਨੇਟਰੀ ਵਾਲਾ, ਨਿਆਮੂਆਣਾ, ਹੋਰ ਦੀਗਰ ਕੁਰਬੋ ਜੁਆਰ ਇੱਥੇ ਨਾ ਜੰਗਲ ਸਿੰਘ ਵਾਲਾ। ਹਾਂ, ਇਹ ਜੰਗਲ ਸਿੰਘ ਵਾਲਾ ਜਿਹੜੇ ਨਹਿਰੋਂ ਪਾਰ ਸਿੱਖਾਂ ਦੀਆਂ ਬਾਡੀਆਂ ਸੀ, 14 ਬਾਡੀਆਂ ਸੀ ਸਿੱਖਾਂ ਦੀਆਂ ਨਹਿਰੋਂ ਪਾਰ। ਇੱਧਰ ਵੀ ਮੁਸਲਮਾਨਾਂ ਦੇ ਔਰ ਮੁਸ਼ਤਰਕਾ ਪਿੰਡ ਸੀ।
ਜਿੱਦਾਂ ਸੰਤ ਸਿੰਘ ਵਾਲਾ ਅਤੇ ਵਗੈਰਾ ਵਗੈਰਾ। ਜੀ ਜੀ ਅਤੇ ਇਹ ਹੈ ਕਿ ਇਹ ਫਿਰ ਆਬਾਦਕਾਰੀ ਦਾ ਜਦੋਂ ਕੰਮ ਹੋਇਆ, ਆਬਾਦ ਹੋ ਗਿਆ ਅੱਛਾ ਅਤੇ ਉਹ ਅਲਾਟਮੈਂਟਾਂ ਕਈਆਂ ਨੂੰ ਬਹੁਤੀਆਂ ਅਤੇ ਕਈਆਂ ਨੂੰ ਥੋੜ੍ਹੀਆਂ ਜਿੱਦਾਂ ਮੇਲ ਹੋਈਆਂ ਉਹ ਪੈ ਗਈਆਂ ਅਤੇ ਉਹ ਲੋਕਾਂ ਨੇ ਗਾਂ ਰਿਸਕ ਲਾਉਣਾ ਸ਼ੁਰੂ ਕਰ ਦਿੱਤਾ। ਜ਼ਮੀਨ ਵਾਹੁਣ ਵਾਲਿਆਂ ਨੇ ਜ਼ਮੀਨਾਂ ਆਬਾਦ ਹੋ ਗਈਆਂ। ਫਿਰ ਜਦੋਂ ਸੰਤੀ ਸ਼ਹਿਰ ਹੋ ਗਿਆ ਹੈ ਅਤੇ ਫਿਰ ਜ਼ਮੀਨਾਂ ਦਾ ਕੰਮ ਖਤਮ ਹੁੰਦਾ ਗਿਆ ਅਤੇ ਮਿੱਲਾਂ ਫੈਕਟਰੀਆਂ ਲੱਗਦੀਆਂ ਗਈਆਂ। ਅੱਛਾ ਤੇ ਉਦੋਂ ਤੁਸੀਂ ਕਿੱਡੇ ਸੋ ਜਦੋਂ ਮਤਲਬ ਹਾਂ ਇਹ ਸਾਡੇ ਬਾਲਦ ਦੇ ਅਹਿਲੇ 'ਚ ਹੋਇਆ ਅੱਛਾ ਖਾਸ ਕਰ। ਤੁਹਾਡੀ ਅਤੇ ਕਿੰਨੀ ਉਮਰ ਸੀ? ਮੇਰੀ ਉਦੋਂ ਏਜ ਬੱਬਾ ਹੋਏਗੀ 7-8 ਸਾਲ ਦੀ 6 ਸਾਲ ਦੀ। ਅੱਛਾ ਹਾਂ ਯਾਨੀ ਕਿ ਮੈਂ ਤਰੀਕ ਦੇ ਹਵਾਲੇ ਨਾਲ ਦੱਸ ਰਿਹਾ। ਜੀ 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 ਆਈ ਸਮਝੀ ਗੱਲ? ਜੀ, ਜੀ, ਦੇਖਿਆ ਨਹੀਂ, ਤਰੀਕ ਦੇ ਹਵਾਲੇ ਨਾਲ ਮੈਂ ਦੱਸ ਰਿਹਾ ਠੀਕ ਹੈ ਕਿਉਂਕਿ ਇਹਦਾ ਕੁਝ ਹੋਇਆ ਕੁਰਬਤ ਜਵਾਰ ਹੈ। ਔਰ ਬਾਕੀ ਜਿਹੜਾ ਇੱਥੋਂ ਦਾ ਹੈਂਡਲ ਕੀਤਾ ਉਹ ਸਾਡੇ ਵਾਲਦ ਦੇ ਹੈਲਪਰ ਰਹੇ ਮੈਂ। ਜੀ ਅੱਛਾ ਕੀ ਨਾਂ ਸੀ ਤੁਹਾਡੇ ਵਾਲਦ ਸਾਹਿਬ ਦਾ? ਚੌਧਰੀ ਫਤਿਹ ਮੁਹੰਮਦ ਉਰ ਫੱਤਾ। ਅੱਛਾ ਚੌਧਰੀ ਫਤਿਹ ਮੁਹੰਮਦ ਉਰ ਫਤਿਹ। ਹਾਂ ਇਹ ਮਸ਼ਹੂਰ ਸੀ ਅੱਛਾ ਪੂਰੇ ਇਸ ਇਲਾਕੇ 'ਚ ਮਸ਼ਹੂਰ ਸੀ ਆਪਣੇ ਵਕਤ 'ਚ ਵੀ। ਅੱਛਾ ਆਈ ਸਮਝੀ ਗੱਲ? ਸਹੀ ਹੈ ਹਾਂ ਹੁਣ ਤੇ ਗੁਮਨਾਮੀ ਜ਼ਿੰਦਗੀ ਹੈ ਨਾ ਸਾਡੀ ਬਸਰ ਕਰ ਰਹੇ ਹਾਂ। ਬੱਚਾ ਬੱਚਾ ਜਾਣਦਾ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਉਹ ਜਿਹੜਾ ਕੋਈ ਪਲੰਗ ਵਾਲਾ ਕਿੱਸਾ ਹੈ, ਹਾਂ ਉਹ ਜਿਹੜਾ ਪਲੰਗ ਵਾਲਾ ਕਿੱਸਾ ਇੱਦਾਂ ਕਿ ਉਹ ਸਾਡੇ ਇਹ ਤਾਇਆ ਜੀ ਸੀ ਨਾ ਡਾਕਟਰ ਅਬਦੁਲ ਸਤਾਰ, ਜੀ ਜੀ ਉਹਨਾਂ ਦੇ ਦੋਸਤ ਸੀ। ਉਹ ਇੱਕੇ ਸ਼ਹਿਰ ਵਿੱਚ ਰਹਿੰਦੇ ਸੀ, ਇੱਕੇ ਜਗ੍ਹਾ ਰਹਿੰਦੇ ਸਿਆਲਕੋਟ ਸੀ ਵਿੱਚ ਉੱਥੇ ਲਾਹੌਰ। ਅੱਛਾ, ਲਾਹੌਰ ਰਹਿੰਦੇ ਸੀ। ਲਾਹੌਰ ਨਹੀਂ ਸਿਆਲਕੋਟ। ਇਹ ਕਸ਼ਮੀਰ 'ਚੋਂ ਆਏ ਸਿਆਲਕੋਟ, ਜੀ ਜੀ ਸਿਆਲਕੋਟ ਤੋਂ ਅਲਾਮਾ ਸਾਹਿਬ, ਸਿਆਲਕੋਟ ਤੋਂ ਫਿਰ ਲਾਹੌਰ ਆਏ। ਜੀ ਉਹ ਆਪਣਾ ਜਿਹੜੇ ਨੇ ਬੇਟਾ ਨਾਂ ਕੀ ਸੀ? ਜਾਵੇਦ ਇਕਬਾਲ। ਹਾਂ ਜਵੇਦ ਮੰਜ਼ਿਲ, ਉੱਥੇ ਆਏ ਸਟੇਸ਼ਨ ਲੱਗੇ। ਉੱਥੋਂ ਫਿਰ ਉਹ ਵੀ ਅੱਜ ਕੱਲ੍ਹ ਉਹ ਦੇ ਦਿੱਤਾ ਹੈ, ਵਕਫ ਕਰ ਦਿੱਤਾ ਹੈ। ਕਰ ਦਿੱਤਾ ਗਵਰਨਮੈਂਟ ਨੇ ਅੱਛਾ। ਆਪਣੀ ਤਹਿਵੀਰ ਵਿੱਚ ਲੈ ਲਿਆ। ਅਤੇ ਇਹ ਹੈ ਕਿ ਉੱਥੇ ਦੋਈ ਥਾਈਂ ਇਹ ਚੀਜ਼ਾਂ ਹੈ। ਸਿਆਲਕੋਟ ਮੇਰਾ ਘਰ ਦੇਖਿਆ, ਇਹ ਲਾਹੌਰ ਵਾਲਾ ਵੀ। ਅਤੇ ਇਹ ਹੈ ਕਿ ਇੱਥੇ ਕੋਈ ਨਹੀਂ ਸੀ। ਜੀ ਅੱਛਾ ਇਹ ਸਾਡੇ ਜਿਹੜੇ ਹੈ ਸੀ ਬੰਦੇ ਉਹ ਸਿੰਘਪੁਰ ਅਸਟਾਫ ਕੋਠੀ ਸੀ, ਉੱਥੇ ਰਹਿੰਦੇ ਸੀ। ਜੀ ਜੀ ਅਤੇ ਸਾਡਾ ਉਹਨਾਂ ਦਾ ਲਿੰਕ ਸੀ, ਕਾਰੋਬਾਰੀ ਲਿੰਕ ਵੀ ਸੀ ਵਾਲੇ ਸਾਡੇ ਨਾਲ, ਜੀ ਜੀ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਵਗੈਰਾ ਦਾ ਜੋ ਕੁਛ ਵੀ ਸੀ ਜ਼ਮੀਨ ਦਾ ਉਹ ਇੰਤਜ਼ਾਮ ਸੀ ਸਾਡੇ ਵਾਲਦ ਕੋਲ ਦਾ। ਜੀ ਇਸ ਵਾਸਤੇ ਉਹਨਾਂ ਦਾ ਮੁਰਾਸਮ ਸੀ। ਉਹਨਾਂ ਨੇ ਇਹ ਆਪਣਾ ਨਾ ਬੈਡ ਉਹਨਾਂ ਨੇ ਕਿਹਾ ਲੈ ਵੀ ਤੂੰ ਆਪਣਾ ਬੈੱਡ ਲਿਆ ਕੇ ਤੇ ਇੱਥੇ ਰੱਖ ਤੇ ਇੱਥੇ ਮੇਰੇ ਕੋਲ ਰਾਤ ਰਿਹਾ ਕਰ ਕਦੀ ਕਦੀ। ਅਲਾਮਾ ਇਕਬਾਲ ਨੂੰ ਕਿਹਾ। ਹਾਂ ਅੱਛਾ ਉਹ ਫਿਰ ਰਹਿੰਦੇ ਵੀ ਰਹਿ ਵੀ ਪੈਂਦੇ ਸੀ। ਅੱਛਾ ਡਨ। ਸ਼ਾਲਾਮਾਰ ਬਾਗ ਜਦੋਂ ਸੈਲ ਸੂਲ ਕਰਨ ਜਾਂਦੇ ਸੀ। ਅੱਛਾ ਅੱਛਾ ਅਤੇ ਫਿਰ ਉੱਥੋਂ ਉਹਦੇ ਦੇ ਕਰੀਬ ਉਹ ਸੀ ਅਤੇ ਇੱਧਰ ਉਹ ਕਰੀਬ ਸਾਡਾ ਵਾਲ ਸੀ। ਉਹ ਵੀ ਉਹਨਾਂ ਕੋਲ ਸਾਡਾ ਵਾਲ ਲੈ ਆਇਆ। ਉਹ ਵੀ ਡੈਥ ਹੋ ਗਈ ਆ, ਸਾਡੇ ਵਾਲਦ ਦੀ ਵੀ ਡੈਥ ਹੋ ਗਈ ਹੈ 2001 'ਚ। ਅੱਛਾ ਅਤੇ ਉਦੋਂ ਤੋਂ ਬਾਅਦ ਬਟਵਾਰੇ 'ਚ ਫਿਰ ਮੇਰੇ ਇੱਥੇ 'ਚ ਇਹ ਆ ਗਏ। ਅੱਛਾ 20 ਸਾਲ ਹੋ ਗਏ ਅੱਛਾ ਪਿਓਰ। ਸਹੀ। ਇਹ ਹੈ ਅੱਛਾ ਪੋਜੀਸ਼ਨ। ਇਹ ਇਸ ਪਲੰਗ ਦੇ ਇੱਥੇ ਆਉਣ ਦੀ ਬੈੱਡ ਦੇ ਆਉਣ ਹਾਂ ਦੀ ਇਹ ਜਾਨੀ ਕਹਾਣੀ ਕਿ ਇਹ 24 ਹੱਥੀਂ ਆਇਆ ਹੈ। ਅੱਛਾ। ਇਹ ਨਹੀਂ ਵੀ ਯਕਦਮ ਆ ਗਿਆ। ਅੱਛਾ ਇਹ 1857 ਦਾ ਲਿਆ ਹੈ ਉਹਨਾਂ ਦੇ। ਅੱਛਾ ਅਤੇ ਇਹ 24 ਹੱਥੀਂ ਯਾਨੀ ਗਾਂਹ ਤੇ ਗਾਂਹ ਚੱਲਦਾ ਹੈ ਤੁਹਾਡੇ ਨਾ। ਤੱਕ ਪਹੁੰਚ ਗਏ। ਮੇਰੇ ਤੱਕ ਪਹੁੰਚਿਆ ਹੈ ਅਤੇ ਹਾਲੇ ਬਿਲਕੁਲ ਤੁਹਾਡੇ ਸਾਹਮਣੇ ਹੈ ਹਾਂ, ਨਹੀਂ, ਕਿ ਬਿਲਕੁਲ ਇਹਨੂੰ ਕੋਈ ਇਹ ਬਿਲਕੁਲ ਠੀਕ ਭਾਵੇਂ ਲੇਕਿਨ ਬਾਈਆਂ। ਸਿਰਫ ਇਹਦੀ ਕੋਈ ਥੋੜੀ ਜਿਹੀ ਰੈਨੋਵੇਸ਼ਨ ਹੋਣ ਵਾਲੀ ਜ਼ਰੂਰਤ ਹੈ। ਹਾਂ ਇਹ ਉਹ ਕਹਿੰਦੇ ਸੀ ਟੀਕ ਸਾਹਿਬ ਕਿ ਇਹਨਾਂ ਨੇ ਅਤੀਕ ਸਾਹਿਬ ਕਿਹੜੇ ਆਰਟਸ ਕਾਉਂਸਲ ਵਾਲੇ? ਆਰਟ ਜਿਹੜੇ ਕਾਉਂਸਲ ਦਾ ਡਾਇਰੈਕਟਰ ਸਨ ਉਹ। ਹਾਂ ਉਹਨਾਂ ਨੂੰ ਮੈਂ ਸੰਨ 14 'ਚ ਮਿਲਿਆ ਵੀ ਸੀ। ਅੱਛਾ ਇੱਥੇ ਹੋ ਗਏ ਹੋਏ ਆ। ਹਾਂ ਅੱਛਾ ਅਤੇ ਇਹ ਹੈ ਕਿ ਉਹ ਫਿਰ ਗੱਲ ਚੱਲਦੀ ਸੀ, ਉਹ ਵਿੱਚ ਹੀ ਰਹਿ ਗਈ, ਮੇਰੇ ਕੋਲ ਹੀ ਨਹੀਂ ਆ ਹੋਇਆ ਦੁਬਾਰਾ। ਸਹੀ ਹੈ। ਉਹ ਅੱਜ ਜਾਨਾ ਕੱਲ੍ਹ ਜਾਨਾ ਅਤੇ ਇੰਨੇ ਟਾਈਮ ਤੇ ਇੱਥੇ ਹੀ ਲੰਘ ਤੇ ਗਏ। ਉਸ ਤੋਂ ਬਾਅਦ ਆਰਟਸ ਕਾਉਂਸਲ ਦੀ ਕਿਸੇ ਇੰਤਜ਼ਾਮੀਆ ਨੇ ਰਾਬਤਾ ਨਹੀਂ ਕੀਤਾ? ਉਹ ਰਾਬਤਾ ਇੱਕ ਦੋ ਦਫਾ ਆਇਆ, ਅੱਛਾ ਉਹ ਵਿੱਚ ਪੈ ਗਿਆ ਲਾਹੌਰ ਚੇਅਰਮੈਨ ਜਿਹੜਾ ਸੀ, ਅੱਛਾ ਕਹਿੰਦਾ ਜੀ ਮੈਂ ਕਰ ਦਿੰਦਾ। ਅੱਛਾ ਇਹ ਜੇ ਉਹ ਡਿਸਟ੍ਰਿਕਟ ਦੇ ਦਸਤਖਤ ਹੋਣੇ ਆ, ਕਮਿਸ਼ਨਰ ਦੇ ਦਸਤਖਤ ਹੋਣਗੇ, ਅੱਛਾ ਰਿਜੈਕਟ ਦੇ ਫਿਰ ਤੁਹਾਡੀਆਂ ਲੈ ਗਈਆਂ ਹੋਣਗੀਆਂ। ਅੱਛਾ ਹਾਂ ਜਾਨੀ ਕਿ ਉਹ ਫਿਰ ਮੈਂ ਕਿ ਫਿਰ ਲੰਮਾ ਕੰਮ ਆ। ਸਹੀ। ਨਹੀਂ ਇਹ ਚਾਹੀਦਾ ਸੀ ਨਾ ਆਰਟਸ ਕਾਉਂਸਲ ਦੇ ਡਾਇਰੈਕਟਰ ਜਿਹੜਾ ਹੁਣ ਮੌਜੂਦਾ ਹੈ ਉਹਨੂੰ ਤੁਸੀਂ ਕੋਈ ਦਰਖਾਸਤ ਦਿੰਦੇ ਕਿ ਇਹ ਜਨਾਬ ਇੱਕ ਅਹਿਮ ਉਹ ਫਿਰ ਰਿਸਕ ਨਹੀਂ ਨਾ ਲਿਆ। ਯਾਦਗਾਰ ਆ ਅਲਾਮਾ ਇਕਬਾਲ ਦੇ ਬਾਰੇ ਨਾਲ ਉਹ ਫੈਸਲਾਬਾਦ ਇਹ ਹੈ ਕਿ ਇਹੀ ਸਾਡਾ ਸ਼ੌਕ ਸੀ। ਉਹ ਕਹਿੰਦੇ ਸੀ ਕਿ ਇਹ ਉੱਤੇ ਪੱਟੀ ਲੱਗ ਜਾਏਗੀ ਇੱਥੇ
ਆਪਣਾ ਉੱਤੇ ਨਾਂ ਲਿਖਿਆ ਜਾਏਗਾ, ਥੱਲੇ ਦੇਣ ਵਾਲੇ ਦਾ ਨਾਂ ਲਿਖਿਆ ਜਾਏਗਾ। ਸਾਡੇ ਸਰਕਾਰੀ ਮੈਂਬਰ ਹੋਣਗੇ ਅਤੇ ਉਹਨਾਂ ਦੀ ਤਸਵੀਰ ਬਣੇਗੀ ਸਹੀ ਅਤੇ ਪੱਟੀ ਚੱਲੇਗੀ TV 'ਤੇ ਵੀ ਅਤੇ ਅਖਬਾਰ 'ਤੇ ਵੀ। ਸਹੀ। ਅੱਛਾ ਜੀ, ਇਹ ਉਹਨਾਂ ਨੇ ਕਿਹਾ ਸੀ ਅਤੇ ਉਹ ਮੁੜ ਕੇ ਫਿਰ ਇੱਦਾਂ ਹੀ ਯਾਨੀ ਕਿ ਉਹ ਨਹੀਂ ਮੇਰੇ ਕੋਲ ਨਹੀਂ ਪਹੁੰਚ ਹੋ ਗਿਆ ਕੁਛ, ਉਹ ਡਿਲੇ ਹੋ ਗਏ। ਅੱਛਾ ਬਾਬਾ ਜੀ, ਤੁਹਾਡੀ ਮਾਸ਼ਾਅੱਲਾ ਇਸ ਵਕਤ ਕਿੰਨੀ ਉਮਰ ਹੈ? ਮੇਰੀ ਇਸ ਵਕਤ ਉਮਰ ਹੈ ਤਕਰੀਬਨ 80 ਕੁ ਸਾਲ ਤੇ ਹੈ ਲਗਭਗ। ਸਾਲ ਹੈਗੀ ਹੈ। ਤੇ ਇਹ ਦੱਸੋ ਕਿ ਲੈਲਪੁਰ ਨੂੰ ਤੁਸੀਂ ਫੈਸਲਾਬਾਦ ਬਣਦਿਆਂ ਵੀ ਵੇਖਿਆ? ਹਾਂ, ਤੇ ਲੜਾਈ ਦੇਖੀ 65 ਦੀ 71 ਦੀ। ਅੱਛਾ। ਬਲਕਿ ਇਸ ਤੋਂ ਪਹਿਲੇ ਜਦੋਂ ਬਚਪਨ ਸੀ ਤੇ ਇੱਥੇ ਕਾਫਲੇ ਜਿਹੜੇ ਆਏ ਆ ਉਹ ਵੀ ਦੇਖੇ। ਅੱਛਾ। ਜਿੱਥੇ ਖਾਲਸਾ ਕਾਲਜ ਸਾਡੇ ਮਿਊਨਸਿਪਲ ਕਾਲਜ 'ਚ 2-4 ਸਾਲ ਬੈਠੇ ਰਹੇ ਆ ਕਾਫਲੇ। ਅੱਛਾ। ਜਿਹੜੇ ਇੰਡੀਆ 'ਚੋਂ ਬਾਲਟਨ ਸਕੂਲੇ ਆਏ, ਬਾਲਟਨ ਲਾਹੌਰ ਬਾਲਟਨ, ਉੱਥੋਂ ਫਿਰ ਬਤਰੀਜ ਆਪਣੀ ਨਾ ਜਿੱਥੇ ਇੱਕ ਇਹਦੀ ਠਹਿਰਨ ਦੀ ਜਗ੍ਹਾ ਸੀ ਉੱਥੇ ਰਿਸ਼ਤੇਦਾਰਾਂ ਦੇ ਜਾਂ ਕੇ ਵਾਕਫ ਤੇ ਉੱਥੇ ਚਲੇ ਗਏ। ਜਿਹੜਿਆਂ ਦੀ ਕਿਤੇ ਵੀ ਨਹੀਂ ਸੀ ਉਹ ਇੱਥੇ ਕਾਲਜ 'ਚ ਬੈਠੇ ਰਹੇ। ਅਸੀਂ ਮੈਂ ਬੰਦਾ ਮਸੂਬ ਉਦੋਂ ਤੀਸਰੀ ਚੌਥੀ ਜਮਾਤ 'ਚ ਪੜ੍ਹਦਾ ਸੀ ਇੱਥੇ। ਅੱਛਾ। ਜਦੋਂ ਮੈਂ ਚੌਥੀ ਪੰਜਵੀਂ ਸੀ ਨਾ, ਮਲਕਾ ਉਦੋਂ ਦੀ ਬੈਠੀ ਹੈ ਤਖਤ 'ਤੇ, ਮਲਕਾ ਅਲਜਬੈਟ ਡੋਮ। ਅੱਛਾ। ਹਾਂ, ਇਹ ਸਾਡੇ ਮੈਂ ਉਹਦੇ ਤੋਂ ਪੜ੍ਹਦਾ ਸੀ ਪ੍ਰਾਇਮਰੀ 'ਚ। ਇੱਥੇ ਇੱਕ ਜਿੱਥੇ ਕਮਰਸ ਕਾਲਜ ਹੈ, ਇੱਥੇ ਸਿੱਖ ਛੱਡ ਗਏ ਸੀ ਵੱਡਾ ਸਾਰਾ ਇਹ ਆਪਣਾ ਉਹ ਸਕੂਲ, ਪ੍ਰਾਇਮਰੀ ਸਕੂਲ ਇਹ ਕਾਲਜ ਇਹ ਸੀ ਕਿ ਸਕੂਲ ਦੇ ਪਿੱਛੇ ਬਣਨੇ ਸੀ। ਇੱਥੇ ਅਸੀਂ ਪੜ੍ਹੀ ਦਾ ਸੀ ਅਤੇ ਉਹ ਮਹਾਜਰ ਇੱਥੇ ਬਰਾਂਡਿਆਂ 'ਚ ਬੈਠੇ ਹੁੰਦੇ ਸੀ। ਇਸੇ ਤਰ੍ਹਾਂ ਹੀ ਜਿਹੜਾ ਇਸਲਾਮੀਆ ਕਾਲਜ ਆ ਇਹ ਵੀ 47 'ਚ ਆਰੀਆ ਹਾਈ ਸਕੂਲ ਸੀ। ਅੱਛਾ। ਆਰੀਆ ਹਾਈ ਸਕੂਲ, ਇਹਦਾ ਨਾਂ ਸੀ, ਹਾਈ ਤੱਕ ਸੀ। ਇਹ ਪਾਰਟੀਸ਼ਨ ਤੋਂ ਬਾਅਦ ਫਿਰ ਇਹ ਆਪਣਾ ਉਹ ਆਰੀਆ ਦੀ ਤਖਤੀ ਲਾ ਦਿੱਤੀ ਹੈ ਅਤੇ ਇਹ ਇਸਲਾਮੀ ਕਾਲਜ ਬਣਾ ਦਿੱਤਾ ਗਿਆ। ਤੇ ਬਾਬਾ ਜੀ ਇਹ ਦੱਸੋ ਕਿ ਲੈਲਪੁਰ ਤੋਂ ਜਦੋਂ ਫੈਸਲਾਬਾਦ ਬਣਿਆ ਔਰ ਬਲਕਿ ਪਹਿਲੇ ਸਾਨੂੰ ਇਹ ਦੱਸੋ ਕਿ ਜਦੋਂ ਇਹ ਆਬਾਦਕਾਰੀ ਹੋਈ ਹੈ ਤੇ ਇੱਥੇ ਮਿੱਲਾਂ ਦਾ ਇੱਕ ਬੜਾ ਦੌਰ ਸੀ, ਕ੍ਰੀਸੈਂਟ ਸੀ, ਕੋਹਨੂਰ ਸੀ, ਗਲੈਕਸੀ ਸੀ, ਸਟੈਂਡਰਡ ਟੈਕਸਟਾਈਲ ਸੀ ਜਾਂ ਦੀਗਰ ਮਿੱਲਾਂ, ਉਦੋਂ ਤੁਸੀਂ ਕੀ ਮਤਲਬ ਤੁਹਾਡੀ ਕਿੰਨੀ ਉਮਰ ਸੀ? ਦੇਖੋ ਜੀ, ਉਦੋਂ ਦੇ ਆਪਣਾ ਅਸੀਂ ਜਵਾਨ ਹੀ ਸੀ ਤਕਰੀਬਨ। ਅੱਛਾ। 9 ਉਮਰ ਸੀ, ਜਵਾਨ ਸੀ। ਤੇ ਉਦੋਂ ਲੈਲਪੁਰ ਦੀ ਕੀ ਪੋਜੀਸ਼ਨ ਸੀ ਇੱਥੇ ਦੇ ਮਾਲੀ ਇਹ ਹੈ ਕਿ ਲੈਲਪੁਰ ਸੰਤੀ ਸ਼ਹਿਰ ਹੋਣੇ ਦੀ ਵਜ੍ਹਾ ਨਾਲ ਮਸ਼ਹੂਰ ਸੀ। ਇਸ ਵਾਸਤੇ ਮਸ਼ਹੂਰ ਸੀ ਕਿ ਸਭ ਤੋਂ ਪਹਿਲੇ ਕਾਟਨ ਮਿਲ ਬਣੀ ਸੀ ਸਾਡੇ ਵਾਲਦੈਨ ਦੇ ਅਹਿਦ ਵਿੱਚ। ਅੱਛਾ। ਉਹ ਸੰਨ 1935 ਕਿੰਨਾਂ ਦੀ ਸੀ? ਉਹ ਹਿੰਦੂਆਂ ਦੀ ਸੀ। ਹਿੰਦੂ ਸੀ, ਉਹ ਦਿੱਲੀ ਚਲਾ ਗਿਆ ਸੀ। ਲੈਲਪੁਰ ਕਾਟਨ ਮਿਲ, ਨਿਊ ਦਿੱਲੀ ਕਾਟਨ ਮਿਲ, ਉੱਥੇ ਨਾ ਇਹ ਰੱਖਿਆ ਸੀ ਉਹਨੇ ਜਾ ਕੇ। ਲਾਇਲਪੁਰ ਕਾਟਨ ਮਿਲ ਤੋਂ ਉੱਥੇ ਨਿਊ ਦਿੱਲੀ। ਉਹ ਦਿੱਲੀ ਚਲਾ ਗਿਆ ਸੀ ਮਾਜਰ ਹੋ ਕੇ। ਅੱਛਾ। ਉਹ ਸੰਨ 35 'ਚ ਬਣੀ ਸੀ, ਲਾਲ ਮਿਲ ਸੀ। ਇਹ ਪੁਰਾਣੀਆਂ ਮਿੱਲਾਂ ਸੀ ਸਾਡੀ ਪੈਦਾਇਸ਼ ਤੋਂ ਪਹਿਲੇ ਦੀਆਂ ਜਾਂ ਸਾਡੀ ਹੋਸ਼ ਤੋਂ ਪਹਿਲੇ ਦੀ। ਸਾਡੀ ਹੋਸ਼ ਇਹ ਕੋਹਨੂਰ ਮਿਲ ਬਣੀ ਸੀ, ਯੂਸਫ ਸਹਿਗਲ, ਰਫੀਕ ਸਹਿਗਲ, ਇਹ ਉਹ ਹੁੰਦੇ ਸੀ, ਜਹਾਜ਼ ਰੱਖੇ ਹੁੰਦੇ ਸੀ। 4 ਮਿੱਲਾਂ ਦੀ ਇੱਕੋ ਮਿਲ ਸੀ ਇਹ। ਮੋਹਰੀਆਂ ਦੀਵਾਰ ਜਿੱਥੇ ਸ਼ੁਰੂ ਹੁੰਦੀ ਉੱਥੋਂ ਲੱਗ ਕੇ ਤੇ ਜਿੱਥੇ ਕਾਲਜ ਆ ਬੱਚੀਆਂ ਦਾ, ਇਹ ਆਖਰੀ ਦੀਵਾਰ ਹੁੰਦੀ ਸੀ। ਹਾਂ, ਇੱਥੇ ਤੱਕ ਆਖਰੀ ਉਹਦੀ ਦੀਵਾਰ ਸੀ ਕੋਹਨੂਰ ਦੀ ਤੇ ਪਰਲੇ ਬੰਨੇ ਤੇ ਆਪ ਮਿਲ ਸੀ। ਇੱਥੋਂ ਦੇ ਵੀ ਇਹ ਹਿਸਾਬ ਲਾ ਲਓ ਕਿ ਜਿੰਨੇ ਮਜ਼ਦੂਰ ਲੇਬਰ ਸੀ ਨਾ, ਉਹ ਸਾਡੀ ਸਾਰੀ ਇੱਥੇ ਅਬਦੁੱਲਾਪੁਰ ਕੁਆਟਰਾਂ 'ਚ ਸਮਾਈ ਸੀ। ਦੁਕਾਨਾਂ ਕੁਆਟਰਾਂ 'ਚ, ਕਿਉਂਕਿ ਸਾਰਿਆਂ ਘਰਾਂ ਦੇ ਹੈਗੇ ਸੀ ਉਹ ਨੁਮਾਇੰਦਾ ਕੰਮ ਕਰਨ ਵਾਲੇ। ਅੱਛਾ। ਅਤੇ ਇੱਥੇ ਉਦੋਂ ਕਿਰਾਇਆ ਉਸ ਜ਼ਮਾਨੇ 10-10 ਰੁਪਈਏ 15-15 ਰੁਪਈਏ ਕੁਆਟਰ ਦਾ ਕਿਰਾਇਆ ਹੁੰਦਾ ਸੀ। ਅਤੇ ਉਹ ਵੀ ਆਪਣਾ ਸਿਪਾਹੀ ਦੀ ਤਨਖਾਹ 100 ਰੁਪਈਆ ਹੁੰਦੀ ਸੀ। ਰਾਜ ਦੀ ਆਹ ਜਿਹੜੇ ਮਕਾਨ ਜਿੱਥੇ ਬੈਠੇ ਹੋ ਤੁਸੀਂ, ਇਹ ਵੀ ਸਾਡੇ ਆਪਣੇ ਨਾ 5 ਰੁਪਈਏ ਰਾਜ ਦੀ ਅਤੇ 2.5-3 ਰੁਪਏ ਮਜ਼ਦੂਰ ਦੀ ਤਨਖਾਹ 'ਤੇ ਬਣੇ। ਇਹ ਆ ਜੇ ਸੰਨ 65 'ਤੇ। ਅੱਛਾ। ਸੰਨ 65 'ਤੇ ਬਣੇ। ਅੱਛਾ। ਲੈਲਪੁਰ ਤੋਂ ਫੈਸਲਾਬਾਦ ਬਣਨ ਤੋਂ ਬਾਅਦ ਤੁਸੀਂ ਇਸ ਸ਼ਹਿਰ ਵਿੱਚ ਕੀ ਤਬਦੀਲੀ ਮਹਿਸੂਸ ਕੀਤੀ ਹੈ? ਇਹਦੀ ਤਬਦੀਲੀ ਇਹ ਕੀਤੀ ਹੈ ਕਿ ਉਹ ਪਹਿਲੇ ਜ਼ਿਮੀਂਦਾਰਾਂ ਤੋਂ ਕੰਮ ਆਪਣਾ ਜ਼ਿਮੀਂਦਾਰੇ ਤੋਂ ਕੰਮ ਖਤਮ ਹੋਇਆ ਅਤੇ ਸੰਤੀ ਸ਼ਹਿਰ ਬਣ ਗਿਆ। ਅੱਛਾ ਬਾਬਾ ਜੀ, ਜਦੋਂ ਸਿੱਖ ਇੱਥੋਂ ਗਏ ਨੇ ਫੈਸਲਾਬਾਦ ਵਿੱਚੋਂ, ਉਦੋਂ ਤੁਹਾਡੀ ਕਿੰਨੀ ਉਮਰ ਸੀ? ਉਦੋਂ ਮੇਰੀ ਉਮਰ ਆਪਣਾ ਹੈ ਸੀ ਕੋਈ 7-8 ਸਾਲ ਦੀ। ਅੱਛਾ।
7-8 ਸਾਲ ਦੀ ਉਮਰ ਸੀ। ਲੇਕਿਨ ਇਹ ਹੈ ਕਿ ਸਾਡੇ ਜਿਹੜੇ ਵਾਲਿदैन ਨੇ ਉਹਨਾਂ ਨੇ ਸਿੱਖਾਂ ਦੇ ਵਿੱਚ ਅੱਧੀ ਕੁ ਉਮਰ ਆਪਣੀ ਗੁਜ਼ਾਰੀ ਸੀ। ਅੱਛਾ, ਸਿੱਖ ਹਿੰਦੂ ਵਿੱਚ। ਤੁਸੀਂ ਵੀ ਕੋਈ ਦੇਖੇ ਨੇ ਸਿੱਖ ਇੱਥੇ ਜਦੋਂ ਰਹਿੰਦੇ ਸਨ? ਹਾਂ, ਦੇਖੇ ਹੈ ਕਮੋ ਪੇਸ਼ ਦੇਖੇ ਹੈ। ਲੇਕਿਨ ਇਹ ਹੈ ਕਿ ਅਸਲ ਲਾਈਫ ਉਹਨਾਂ ਨੇ ਗੁਜ਼ਾਰੀ ਸੀ, ਵਾਲਿदैन ਦੇ ਹਮ ਉਮਰ ਜਿਹੜੇ ਲੋਕ ਸੀ। ਜੀ ਜੀ। ਅਤੇ ਇਹ ਹੈ ਕਿ ਸਿੱਖਾਂ ਦਾ ਜਿਹੜਾ ਰਹਿਣ ਬੋਲ ਚਾਲ ਸੀ, ਰਹਿਣ ਸੀ, ਇਹ ਆਪਣੇ ਇਹ ਸਾਡੇ ਮੁਸਲਮਾਨਾਂ ਨਾਲ ਵੱਧ ਕੇ ਸੀ। ਅੱਛਾ, ਯਾਨੀ ਕਿ ਉਹਨਾਂ 'ਚ ਭਾਈਚਾਰਾ ਜਾਂ ਇਹ ਸੀ ਨਾ, ਅੱਛਾ ਹਾਂ, ਅੱਛਾ ਸਲੂਕ ਰੱਖਦੇ ਸੀ। ਹਾਂ, ਅੱਛਾ। ਅਤੇ ਸਾਡੇ ਕਰੀਬੀ ਸੀ, ਉਹ ਦੇਖੇ ਜੰਗਲ ਸਿੰਘ ਵਾਲਾ, ਇਹਨਾਂ ਦੇ ਪੋਤਰੇ ਆ ਦਿਲਦਾਰ ਚੀਮਾ ਸਾਹਿਬ, ਇਹਨਾਂ ਦਾ ਬਾਪ ਸੀ। ਜੰਗਲ ਸਿੰਘ ਹੀ ਮੇਰਾ ਦੇਖਿਆ ਛੋਟੇ ਹੁੰਦੇ ਦਾ, ਕਿਉਂਕਿ ਉਹ ਬਾਅਦ ਵਿੱਚ ਡੈਥ ਹੋਈ ਉਹਨਾਂ ਦੀ। ਅਤੇ ਇਹ ਹੈ ਕਿ ਉਹਨਾਂ ਦੀ ਜ਼ਮੀਨਾਂ ਸੀ ਪੀਪਲ ਕਲੋਨੀ ਵਾਲੀਆਂ। ਅਤੇ ਬਾਕੀ ਵੀ ਜਿਸ ਸਿੱਖਾਂ ਦੀਆਂ ਆਬਾਦੀਆਂ ਸੀ, ਜੋ ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਦਾ ਜਿਹੜਾ ਮਾਹੌਲ ਸੀ ਨਾ, ਉਹਨਾਂ ਦਾ ਮਾਹੌਲ ਮੁਸਲਮਾਨਾਂ ਨਾਲ ਬਿਲਕੁਲ ਐਸੀ ਕੋਈ ਲੜਾਈ ਭਾਈਚਾਰੇ ਵਾਲਾ ਮਾਹੌਲ ਸੀ, ਬਹੁਤ ਅੱਛਾ ਸੀ। ਅਤੇ ਹਿੰਦੂ ਤਾਜਤ ਕੌਮ ਜਿਹੜੀ ਸੀ, ਹਿੰਦੂ ਕੌਮ, ਇਹ ਤਿਆਰਤ ਇਹਨਾਂ ਦੇ ਹੱਥ 'ਚ ਸੀ। ਹਾਂ, ਕਿਉਂਕਿ ਸਾਡੇ ਜਿਹੜੇ ਮੁਸਲਮਾਨ ਹੈ ਨਾ, ਇਹ ਇੱਧਰ ਜਾਂ ਵੇਖਣਾ ਇਹ ਇੱਧਰ ਘੱਟ ਹੀ ਗਏ, ਜ਼ਮੀਨ ਵੱਲ ਗਏ। ਜ਼ਮੀਨ ਜਿਹੜੇ ਜ਼ਰਾਅਤ ਕਾਸ਼ਤ ਕਰਦੇ ਰਹੇ, ਇੱਧਰ ਹੋਏ ਹੈ, ਬਾਕੀ ਹੋਰ ਨਹੀਂ ਹੈ। ਹੋਰ ਸਿੱਖ ਕੌਮ ਅੱਛੀ ਵੀ ਸੀ ਅਤੇ ਬੁਰੀ ਵੀ ਸੀ। ਜਿਸ ਤਰ੍ਹਾਂ ਕਿ ਸਾਡੇ 'ਚ ਸਾਰੇ ਅੱਛੇ ਵੀ ਨਹੀਂ ਅਤੇ ਸਾਰੇ ਬੁਰੇ ਵੀ ਨਹੀਂ। ਹਾਂ, ਨਹੀਂ ਮਤਲਬ ਕਿ ਓਵਰਆਲ ਸਾਨੂੰ ਵੀ ਇਸ ਗੱਲ ਦਾ ਥੋੜ੍ਹਾ ਜਿਹਾ ਇਲਮ ਹੈ ਕਿ ਜਿਹੜੇ ਸਿੱਖ ਸਨ ਇਸ ਪੰਜਾਬ ਦੇ ਲਹਿੰਦਾ ਅਤੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਸਨ, ਸਿੱਖ ਸਨ ਜਾਂ ਮੁਸਲਮਾਨ ਸਨ, ਬੜੇ ਇਤਫਾਕ ਪਿਆਰ ਮੁਹੱਬਤ ਨਾਲ ਅਤੇ ਭਾਈਚਾਰੇ ਨਾਲ ਰਹਿੰਦੇ ਸਨ। ਉਹਦੀ ਮਿਸਾਲ ਆ ਹੁੰਦੀ ਆ, ਇਹ ਦਰਵਾਜ਼ਾ ਖੋਲ੍ਹਿਆ ਉਮਰਾਨ ਨੇ। ਹਾਂ, ਉਹ ਜਿਹੜਾ ਆਹਾ ਇਹ ਭਾਈਚਾਰੇ ਦੀ ਨਿਸ਼ਾਨੀ ਹੈ। ਕਰਤਾਰਪੁਰ ਰਾਹਦਾਰੀ ਜਿਹੜੀ ਬਣਾਈ, ਕਰਤਾਰਪੁਰ ਰਾਹਦਾਰੀ ਬਣਾਈ ਹੈ, ਇਹ ਉਹੀ ਸਾਬਕਾ ਨਿਸ਼ਾਨੀ ਹੈ ਕਿ ਤਾਂ ਨਾਜ਼ਰੀਨ ਨੇ ਇੱਕ ਬੜੀ ਅੱਛੀ ਗੱਲ ਬਾਬਾ ਜੀ ਨੇ ਕੀਤੀ ਹੈ। ਔਰ ਇਹ ਮੇਰੀ ਇਸ ਵੀਡੀਓ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਵੀ ਜ਼ਰੂਰ ਵੇਖਣਗੇ ਔਰ ਉਹ ਇਹ ਦੇਖਣਗੇ ਕਿ ਕਿਸ ਤਰ੍ਹਾਂ ਅੱਜ ਵੀ ਉਹ ਲੋਕ ਇੱਥੋਂ ਦੇ ਲੋਕ ਸਿੱਖਾਂ ਨੂੰ ਯਾਦ ਕਰਦੇ ਨੇ ਅਤੇ ਸਿੱਖ ਇਸ ਪੰਜਾਬ ਦੇ ਲੋਕਾਂ ਨੂੰ ਯਾਦ ਕਰਦੇ ਨੇ। ਉਹ ਸਰਹੱਦਾਂ ਬਣ ਗਈਆਂ ਅਤੇ ਲਹਿਦਾ ਹੋ ਗਿਆ, ਮਗਰ ਬਟਵਾਰਾ ਹੋ ਗਿਆ ਅਤੇ ਇਹ ਲੋਕ ਉਹ ਉੱਧਰ ਚਲੇ ਗਏ, ਇੱਧਰ ਰਹਿ ਗਏ ਜਾਂ ਆ ਗਏ। ਅਤੇ ਇਹ ਬੜੀ ਤਾਰੀਖ ਹੈ ਜੀ, ਬੜੀ ਰਿਚ ਤਾਰੀਖ ਹੈ ਜੀ ਪੰਜਾਬ ਦੀ। ਲਹਿੰਦਾ ਪੰਜਾਬ ਹੋਵੇ ਅਤੇ ਭਾਵੇਂ ਚੜ੍ਹਦਾ। ਅਤੇ ਉਹ ਸਿੱਖਾਂ ਨੇ ਜੀ ਉਹ ਬੜੀ ਇੱਕ ਪਿਆਰੀ ਗੱਲ ਕਹੀ ਸੀ ਨਾ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ, ਲਾਲੀ ਅੱਖਾਂ ਦੀ ਪਈ ਦੱਸਦੀ ਏ। ਹਾਂਜੀ, ਉਹ ਇੱਕ ਸਿੱਖ ਆਏ ਸਨ ਨਾ ਇੱਥੇ, ਅਤੇ ਉਹਨੇ ਉਹ ਫਿਰ ਨਜ਼ਮ ਮਤਲਬ ਬੜੀ ਪਿਆਰੀ ਹੈ ਕਿ ਰੋਏ ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਜ਼ੁਲਮ ਮਤਲਬ ਮਾਮਲਾ ਤੋਂ ਪਰੇਸ਼ਾਨ ਉਹ ਵੀ ਹੋਏ ਸਨ, ਅਸੀਂ ਵੀ ਹੋਏ ਹਾਂ। ਅੱਛਾ ਬਾਬਾ ਜੀ, ਉਸ ਦੌਰ ਦਾ ਇੱਕ ਕਬੱਡੀ ਦਾ ਇਸ਼ਤਿਹਾਰ ਤੁਸੀਂ ਸਾਨੂੰ ਵਿਖਾ ਰਹੇ ਸੋ, ਉਹਦਾ ਜ਼ਿਕਰ ਕਰ ਰਿਹਾ ਸੋ, ਉਹਦੇ ਜ਼ਰਾ ਸਾਨੂੰ ਵਿਖਾਓ। ਉਹ ਵਿਖਾਓ ਹਾਂ, ਕਿੱਥੇ ਜੇ ਇਹ ਕਿਹੜੇ ਸਨ ਦਾ? ਹਾਂਜੀ, ਤੇ नाज़रीन है एक इश्तिहार है जी, किसान कॉन्फ्रेंस की धूमधाम सरकार परस्तों पैदल जत्थियां ਦਾ ਕੋਈ ਪ੍ਰੋਗਰਾਮ ਦਾ ਇਜਤਮਾ ਕੀਤਾ ਗਿਆ ਤੇ ਉਹਦੇ ਵਿੱਚ ਸਿੱਖ ਤੇ ਮੁਸਲਮਾਨ ਸਾਰੇ ਇਕੱਠੇ। ਇਹ 1938 ਦਾ ਇਸ਼ਤਿਹਾਰ ਹੈ ਜੀ, ਇਹ ਵੀ ਤੁਹਾਨੂੰ ਦਿਖਾ ਰਹੇ ਹਾਂ। ਇਹਦੇ 'ਚ ਮੁਖਤਲਿਫ ਚੱਕਾਂ ਦੇ ਹਵਾਲੇ ਦੇ ਨਾਲ ਉਹਨਾਂ ਨੇ ਜੱਥੇ ਤਰਤੀਬ ਦਿੱਤੇ ਨੇ 6 ਨੰਬਰ ਤੱਕ। ਹਾਂਜੀ, ਅਤੇ ਕਿਸਾਨਾਂ ਦਾ ਸੇਵਕ ਸੀ ਜੀ ਕੋਈ ਮੂਲਾ ਸਿੰਘ, ਉਹ ਜੁਆਇੰਟ ਸੈਕਟਰੀ ਸੀ ਜੀ ਇਸਤਕਬਾਰੀਆ ਕਮੇਟੀ ਕਿਸਾਨ ਕਾਨਫਰੰਸ ਲਾਇਲਪੁਰ। ਹਾਂਜੀ ਲਓ ਜੀ, ਇਹ ਇੱਕ 1939 ਦਾ ਇੱਕ ਦੰਗਲ ਦਾ ਇਸ਼ਤਿਹਾਰ ਹੈ ਜੀ, ਇਨਸਾਫ ਕੀ ਤੋਪ ਬਮਕਾਮ ਲਾਇਲਪੁਰ 19 ਮਾਰਚ 1939 ਅਤੇ 6 ਚੇਤ ਅਤੇ 1995 ਕੀ ਹੈ ਜੀ, ਬਿਕਰਮਾਜੀਤ ਦਾ ਉਹ ਸਨ ਵੀ ਉਦੋਂ ਲਿਖੇ ਜਾਂਦੇ ਸਨ ਨਾ ਜੀ। ਅਤੇ ਇਹਦੇ ਮੁਨਸਫਾਨ ਜੀ ਸਰਦਾਰ ਕਿਰਪਾਲ ਸਿੰਘ 224 ਵਾਲਾ, ਰੱਖਾ ਭਲਵਾਨ ਸਰਦਾਰ ਗੁਰੂਦੱਤ ਸਿੰਘ। ਇਹ ਇਹਨਾਂ ਦੇ ਜਨਾਬ ਇੱਥੇ ਲਿਖੇ ਨੇ ਜਨਾਬ ਬੰਦਿਆਂ ਦੇ ਨਾਮ।
ਇਹ ਥੋੜ੍ਹੇ ਜਿਹੇ ਤੁਹਾਨੂੰ ਕਿ ਜਾਨ ਮੁਹੰਮਦ ਧੋਬੀ, ਪੱਠਾ ਸੁਲਤਾਨ, ਲਾਲ ਭਲਵਾਨ, ਮਹਿੰਦ ਭਲਵਾਨ, ਪੱਠਾ ਚਿਰਾਗ ਭਲਵਾਨ, ਸਰਦਾਰ ਨਾਈ ਭਲਵਾਨ, ਪੱਠਾ ਉਮਰਦੀਨ, ਨੂਰ ਭਲਵਾਨ, ਰੋਹਤਕ ਵਾਲਾ, ਨਿਪਾਲ ਸਿੰਘ ਭਲਵਾਨ, ਦੇਲੀ ਕਲਾਥ ਮਿੱਲ ਵਾਲੇ ਤੇ ਗਾਮਾ ਬੇਲਦਾਰ ਭਲਵਾਨ ਪੱਠਾ, हाँ जी, इस्माइल सलार वाले के साथ सरदारी भलवान चनोटिया। ये काफ़ी लोगों के नाम लिखे ने जी, सारिਆਂ ਦੇ नाम ਅਸੀਂ ਹੁਣ ਪੜ੍ਹ ਨਹੀਂ ਸਕਦੇ। ਇਹ ਜਨਾਬ ਇਹਨਾਂ ਕੋਲ ਬੜੇ ਪੁਰਾਣੇ ਇਸ਼ਤਿਹਾਰ ਵੀ ਪਏ ਨੇ, ਇਹ ਵੀ ਤੁਹਾਨੂੰ ਦਿਖਾਏ ਨੇ। ਇੰਚਾਰਜ ਦੰਗਲ ਅਦਾ ਜੀ, ਹਾਂਜੀ, ਵਾਹ ਜੀ ਵਾਹ, ਕਿਆ ਬਾਤ ਹੈ ਜੀ। ਇਹਨਾਂ ਦਾ ਜਨਾਬ ਇਹਨਾਂ ਕੋਲ ਬੜੇ ਇੱਕ ਤਰੀਖੀ ਜਿਹਾ ਇਸ਼ਤਿਹਾਰ ਹੈ। ਔਰ ਇਹ ਸਾਡੇ ਨਾਜ਼ਰੀਨ, ਮੈਂ ਆਰਟਸ ਕੌਂਸਲ ਨੂੰ, ਲਾਇਲਪੁਰ ਮਿਊਜ਼ੀਅਮ ਵਾਲਿਆਂ ਨੂੰ ਕਹਾਂਗਾ, ਮੇਰੀ ਇਹ ਰਿਕੁਐਸਟ ਹੈ ਆਪਣੇ ਇਸ ਨਿਊਜ਼ ਰਿਕਾਰਡਰ ਦੇ ਪਲੇਟਫਾਰਮ ਤੋਂ ਕਿ ਉਹ ਇਹ ਬਾਬਾ ਜੀ ਕੋਲ ਇਹ ਚੀਜ਼ਾਂ ਜਿਹੜੀਆਂ ਨੇ ਇਹ ਉੱਤੇ ਹਾਸਲ ਕਰਕੇ ਤੇ ਲਾਇਲਪੁਰ ਮਿਊਜ਼ੀਅਮ ਵਿੱਚ ਲਾਉਣ, ਤੇ ਆਪਣੇ ਇਹ ਵੀ ਇੱਕ ਤਾਰੀਖੀ ਚੀਜ਼ਾਂ ਨੇ, ਤੇ ਇਹ ਬਹੁਤ ਅੱਛੀ ਗੱਲ ਹੈ ਕਿ ਅਗਰ ਉਹ ਇਹਦੇ 'ਤੇ ਅਮਲ ਕਰਨ। ਤੇ ਨਾਜ਼ਰੀਨ, ਇਸ ਇਸ਼ਤਿਹਾਰ 'ਤੇ 2-3 ਫਿਕਰੇ ਬੜੇ ਮਜ਼ੇਦਾਰ ਲਿਖੇ ਨੇ, ਉਹ मैं ਤੁਹਾਨੂੰ ਸੁਣਾਉਣਾ चाहना। को लिखा है कि शायकीन दंगल को वाजे हो कि बरकत पहलवान नामी ग्रामी पहलवान है जो किसी तारफ़ का मोहताज नहीं, इसने बड़े बड़े पहलवानों के नाक में दम कर रखा है। ये जनाब अर्जन सिंह पहलवान ते बरकत पहलवान का ये दंगल होना सी जी। तो एक गल होर बड़ी प्यारी लिखी है, वो लिखी जी शरह टिकट फर्श ते 3 ਜਿਹੜੇ ਜਿਹਨੇ ਬਹਿਣਾ ਉਹ 3 ਆਨੇ, ਤੇ ਕੁਰਸੀ ਤੇ ਜਿਹਨੇ ਬਹਿਣਾ ਉਹ 4 ਆਨੇ, ਤੇ ਬੱਚਿਆਂ ਲਈ 2 ਆਨੇ, ਤੇ ਮੁਫਤ ਖੋरों को दूर से सलाम। ਇਸ ਸਸਤੇ ਜ਼ਮਾਨੇ ਦੇ ਵਿੱਚ ਵੀ ਇਹ ਚੀਜ਼ਾਂ ਮੌਜੂਦ ਸੀ ਜਨਾਬ, ਔਰ ਪੁਰਾਣੇ ਲੋਕ ਵੀ ਬੜਾ ਮਜ਼ੇਦਾਰ ਜਿਹਾ ਇਸ਼ਤਿਹਾਰ ਹੈ ਜੀ। ਤੇ ਅਸੀਂ ਜਨਾਬ ਇਹ ਤੁਹਾਨੂੰ ਦਿਖਾ ਰਹੇ ਹਾਂ ਜੀ। ਤੇ ਨਾਜ਼ਰੀਨ, ਇਹ ਸਨ ਜੀ ਬਾਬਾ ਮੁਹੰਮਦ ਅਲੀ ਮੀਆਂ ਫੈਮਿਲੀ ਨਾਲ ਇਹਨਾਂ ਦਾ ਤਲਕ ਹੈ, ਰਾਈ ਨੇ ਰਾਮੇ ਫੈਮਿਲੀ ਹੈ। ਔਰ ਇਹ ਜਨਾਬ ਇਹਨਾਂ ਨੇ ਸਾਡੀ ਗੁਫ਼ਤਗੂ ਹੋਈ, ਬੜੀ ਤੁਹਾਨੂੰ ਪਸੰਦ ਆਈ ਹੋਏਗੀ। ਇਹਨਾਂ ਨੇ ਸਾਨੂੰ ਫੈਸਲਾਬਾਦ ਦੀ ਤਾਰੀਖ ਦੇ ਹਵਾਲੇ ਨਾਲ ਵੀ ਕਾਫੀ ਗੱਲਾਂ ਦੱਸੀਆਂ, ਔਰ ਅਸੀਂ ਇਹ ਕਹਾਂਗੇ ਕਿ ਉਹ ਬਾਬਾ ਜੀ ਫੈਸਲਾਬਾਦ ਵਾਲਿਆਂ ਨੂੰ ਇਹ ਅਸੀਂ ਸਾਡਾ ਪੈਗਾਮ ਹੈ ਕਿ ਤੁਸੀਂ ਤਾਂ ਬਾਬਾ ਜੀ ਫੈਸਲਾਬਾਦ ਵੈਸੇ ਹੀ ਕਹਿੰਦੇ ਹੋ ਨਾ, ਅਸੀਂ ਤੁਹਾਨੂੰ ਸੱਚੀ ਮੁੱਚੀ ਦਾ ਬਾਬਾ ਲੈਲਪੁਰੀਆ ਵਿਖਾ ਦਿੱਤਾ। ਹਾਂਜੀ, ਇਹ ਬਾਬਾ ਜੀ ਲੈਲਪੁਰ, ਹਾਂਜੀ, ਇਹ ਹੁਣ ਬਾਬਾ ਜੀ ਲੈਲਪੁਰ 'ਤੇ ਵੀ ਟਿਕਟੌਕ ਬਣਨਗੇ इंशाल्लाह। रिकॉर्डर की वीडियोस देखने के लिए हमारे चैनल को सब्सक्राइब कीजिए और बेल आइकॉन को क्लिक कीजिए ताकि आप हमारी नई आने वाली तमाम